इतिहास सानू सेध दिंदा है, इतिहास सानू जिंदगी जिउण दा वल सिखाउंदा है। आओ अपने शान मत्ते मान मत्ते इतिहास तो सबक सीखिए। सिख इतिहास जो है ये बेसिकली बगावत का इतिहास है, क्योंकि नावल या ड्रामा नहीं खेडिया गया, बगावत हुई है। और बगावत ਦੀਆਂ ਪੈੜਾਂ ਲੱਭਣੀਆਂ ਬੜੀਆਂ ਔਖੀਆਂ ਹੁੰਦੀਆਂ ਜੀ। ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਇਹਨਾਂ ਸਾਰਿਆਂ ਨੂੰ ਆਪਾਂ ਹਰ ਸਵੇਰ ਸ਼ਾਮ ਯਾਦ ਕਰਦੇ ਹਾਂ। ਚਮਕੌਰ ਦੀ ਜੰਗ ਤੋਂ ਬਾਅਦ ਸਿੱਖ ਫੌਜਾਂ ਦੇ ਜੁੱਸੇ ਦੇ ਜ਼ੌਹਰ ਖਿਦਰਾਣੇ ਦੀ ਜੰਗ 'ਚ ਵੇਖਣ ਨੂੰ ਮਿਲਦੇ ਨੇ। ਬੇਦਾਵਾ ਲਿਖ ਕੇ ਗੁਰੂ ਸਾਹਿਬ ਦਾ ਸਾਥ ਛੱਡਣ ਵਾਲੇ ਸਿੰਘ ਇਸੇ ਹੀ ਜੰਗ 'ਚ ਲੜਦੇ ਸ਼ਹੀਦੀ ਦਾ ਜਾਮ ਪੀਂਦੇ ਨੇ। ਮਾਈ ਭਾਗੋ ਵੀ ਇਸ ਜੰਗ 'ਚ ਆਪਣਾ ਲੋਹਾ ਮਨਵਾਉਂਦੇ ਨੇ। ਇਸੇ ਹੀ ਥਾਂ ਸਿੱਖਾਂ ਦੀ ਗੁਰੂ ਨਾਲੋਂ ਟੁੱਟੀ ਦੁਬਾਰਾ ਫਿਰ ਗੰਢੀ ਜਾਂਦੀ ਹੈ। ਗੁਰੂ ਸਾਹਿਬ ਇਸ ਥਾਂ 'ਤੇ ਸ਼ਹੀਦ ਹੋਣ ਵਾਲੇ ਸਿੱਖਾਂ ਨੂੰ ਮੁਕਤੀ ਦਾ ਵਰ ਦਿੰਦੇ ਨੇ ਤੇ ਖਿਦਰਾਣੇ ਨੂੰ ਮੁਕਤੀ ਦਾ ਸਰ ਭਾਵ ਮੁਕਤਸਰ ਬਣਾਉਂਦੇ ਨੇ। ਵਾਹਿਗੁਰੂ 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 ਵਾਹਿਗੁਰੂ। ਆਪਾਂ ਇਹ ਜਾਣਦੇ ਹਾਂ ਕਿ ਦਸਮ ਪਾਤਸ਼ਾਹ ਨੂੰ ਜਦੋਂ ਘੇਰਾ ਪਿਆ ਹੋਇਆ ਸੀ ਅਨੰਦਪੁਰ ਦੇ ਕਿਲੇ ਦਾ, ਭੁੱਖਾਂ ਤਰੇਹਾਂ ਸੰਕਟ ਇਹ ਲੰਮਾ ਸਮਾਂ ਬੀਤਿਆ ਤਾਂ ਕੁਛ ਵਿੱਚੋਂ ਸਿੰਘ ਉਦਾਸ ਹੋ ਗਏ। ਉਹਨਾਂ ਤੋਂ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਇਆ। ਬਾਰ-ਬਾਰ ਮਿੰਨਤਾਂ ਕਰਨ ਲੱਗੇ, ਮਹਾਰਾਜ ਸਾਨੂੰ ਜਾਣ ਦੀ ਆਗਿਆ ਦਿਓ। ਸਮਝਾਉਂਦੇ ਰਹੇ ਕਿ ਭਾਈ ਇਹ ਜਾਣ ਦਾ ਵਕਤ ਨਹੀਂ ਹੈ, ਬਾਹਰ ਵੀ ਖਤਰਾ ਹੈ ਅਤੇ ਅੰਦਰ ਆਪਾਂ ਅੱਗੇ ਹੀ ਥੋੜ੍ਹੇ ਹਾਂ, ਤੁਹਾਡੀ ਸਾਨੂੰ ਲੋੜ ਹੈ। ਨਹੀਂ ਜੀ, ਇੱਕ ਦਿਨ ਤਾਂ ਭਾਈ ਮਹਾਂ ਸਿੰਘ ਜੀ ਆ ਗਏ ਕਿ ਮਹਾਰਾਜ ਅਸੀਂ ਚੱਲੇ ਹਾਂ, ਆਗਿਆ ਦਿਓ ਤਾਂ ਅੱਛਾ ਹੈ, ਨਹੀਂ ਅਸੀਂ ਬਿਨਾਂ ਆਗਿਆ ਤੋਂ ਹੀ ਚਲੇ ਜਾਵਾਂਗੇ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਜੇ ਇਸ ਸਮੇਂ ਤੁਸੀਂ ਜਾਣਾ ਹੈ ਤਾਂ ਬੇਦਾਵਾ ਲਿਖ ਕੇ ਦਿਓ। ਭਾਈ ਮਹਾਂ ਸਿੰਘ ਨੇ ਬੇਦਾਵਾ ਲਿਖਿਆ। ਇੱਕੀ ਵਿਸਾਖ ਸੰਮਤ 1762 ਨੂੰ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਮੁਗਲ ਸਾਮਰਾਜ ਦੇ ਖਿਲਾਫ ਆਪਣੇ 5 ਭੌਤਿਕ ਤਨ ਦੇ ਵਿੱਚ ਵਿਚਰਦਿਆਂ ਫੈਸਲਾਕੁੰਨ ਆਖਰੀ ਜੰਗ ਲੜੀ। ਇਸ ਜੰਗ ਦੇ ਵਿੱਚ ਵੀ ਜਿੱਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਨੂੰ ਚੁੰਮਿਆ। ਜਿੱਥੇ ਇਸ ਜੰਗ ਦੇ ਵਿੱਚ ਸਤਿਗੁਰਾਂ ਦੇ ਪਿਆਰੇ ਦੁਲਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉੱਥੇ ਇਸ ਜੰਗ ਦੇ ਵਿੱਚ ਬਹੁਤ ਹੀ ਮਹਾਨ ਸੂਰਬੀਰ ਵੀਰਾਂਗਨਾ ਮਾਈ ਭਾਗੋ ਜੀ, ਉਹਨਾਂ ਨੇ ਵੀ ਇਸ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ। ਸਖਤ ਜ਼ਖਮੀ ਹੋਏ, ਜਿਨ੍ਹਾਂ ਦਾ ਇਲਾਜ ਸਤਿਗੁਰਾਂ ਨੇ ਆਪਣੀ ਦੇਖ ਰੇਖ ਦੇ ਵਿੱਚ ਕਰਵਾਇਆ। ਮਾਝੇ ਦੇ ਸਿੰਘ ਮਾਈ ਭਾਗੋ ਦੀ ਅਗਵਾਈ ਹੇਠ ਜਦੋਂ ਗੁਰੂ ਸਾਹਿਬ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੰਨੇ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ 2 ਕੋਹ 'ਤੇ ਆ ਰਿਹਾ। ਗੁਰੂ ਜੀ ਖਦਰਾਣੇ ਵੱਲ ਤੁਰ ਪਏ ਤੇ ਢਾਬ ਤੋਂ ਅਗਲੇ ਪਾਸੇ ਨੇੜੇ ਹੀ ਇੱਕ ਟਿੱਬੀ ਉੱਪਰ ਜਾ ਡਟੇ। ਮਾਝੇ ਤੋਂ ਆਏ 40 ਸਿੰਘ ਢਾਬ ਦੇ ਚੜ੍ਹਦੇ ਪਾਸੇ ਡਟ ਗਏ। ਸਿੰਘਾਂ ਨੇ ਬੇਰੀਆਂ ਤੇ ਆਪਣੇ ਕਸ਼ਹਿਰੇ ਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਵਜ਼ੀਰ ਖਾਂ ਨੂੰ ਇਹ ਭੁਲੇਖਾ ਪੈ ਜਾਵੇ ਕਿ ਖਾਲਸੇ ਦੀ ਬਹੁਤ ਸਾਰੀ ਫੌਜ ਤੰਬੂਆਂ 'ਚ ਉਤਰੀ ਹੋਈ ਹੈ। ਉਹ ਜੰਗ ਦੇ ਵਿੱਚ ਅੱਜ ਕੱਲ੍ਹ ਵੀ ਵਾਟਰ ਪੁਆਇੰਟ ਦੇ ਉੱਤੇ ਹੀ ਕਬਜ਼ਾ ਹੁੰਦਾ ਫੌਜਾਂ ਦਾ। ਫੌਜ ਉੱਥੇ ਹੀ ਸਟੇ ਕਰਦੀ ਜਿੱਥੇ ਪਾਣੀ ਹੁੰਦਾ। ਪਾਣੀ ਉੱਤੇ ਇਹਨਾਂ ਦਾ ਕਬਜ਼ਾ ਸੀ। ਇਹਨਾਂ ਦੇ ਦੁਆਲੇ ਢਾਲਾਂ ਜੋੜ ਜੋੜ ਕੇ ਚਾਰੇ ਪਾਸੇ ਘੇਰਾ ਬਣਾ ਕੇ ਉਹ ਕਿਲ੍ਹਾ ਹੀ ਬਣ ਜਾਂਦਾ ਛੋਟਾ ਜਿਹਾ ਸੀ। ਜਿਹੜਾ ਕਮਾਂਡਰ ਹੁੰਦਾ ਉਹਦੇ ਦੁਆਲੇ ਢਾਲਾਂ ਜੋੜ ਜੋੜ ਕੇ ਖੜ੍ਹ ਜਾਂਦੇ ਸੀ ਅਤੇ ਉਹਦੇ ਉੱਤੋਂ ਦੀ ਵਾਰ ਵੂਰ ਕਰਦਾ ਸੀ। ਉਹਦੇ ਆਪਦੇ ਤੀਰ ਨਹੀਂ ਸੀ ਵੱਜਦਾ। ਕਪੂਰਾ ਅਤੇ ਵਜੀਦ ਖਾਂ ਇਹੋ ਜਿਹੇ ਕਿਲ੍ਹੇ ਦੇ ਵਿੱਚ ਗਾਂਹ ਵਧੇ ਹੈ, ਪਰ ਜਦੋਂ ਵੇਖਿਆ ਵੀ ਸਾਡੇ ਬੰਦੇ ਦਾ ਪਿਆਸੇ ਮਰਨ ਲੱਗ ਗਏ, ਫਿਰ ਕਪੂਰੇ ਨੇ ਕਿਹਾ ਕਿ ਉਸ ਪਾਣੀ 'ਤੇ ਆਪਾਂ ਨਹੀਂ ਪਹੁੰਚ ਸਕਾਂਗੇ ਅਤੇ ਪਿੱਛੇ ਪਾਣੀ ਕੋਟਕਪੂਰੇ ਤੋਂ ਹੈ ਨਹੀਂ ਗਾ। ਜੇ ਮਰਨਾ ਤਾਂ ਖੜ੍ਹ ਜਾ, ਜੇ ਬਚਣਾ ਤਾਂ ਮੇਰੇ ਨਾਲ ਚੱਲ ਵਾਪਸ। ਕਪੂਰਾ ਫਿਰ ਤੋਂ ਕੱਢ ਲਿਆ ਸੀ।
ਪਿੱਛੋਂ ਨੂਰਦੀਨ ਸਿਪਾਹੀ ਸੀ ਵਜੀਦ ਖਾਨ ਦਾ, ਜੋ ਕਈ ਮਹੀਨਿਆਂ ਤੋਂ ਮਹਾਰਾਜ ਜੀ ਦੀ ਫੌਜ ਦੇ ਨਾਲ ਰਹਿੰਦਾ ਸੀ, ਜਿਹਨੇ ਪਹਿਲਾਂ ਹੀ ਨਾਮ ਪ੍ਰਾਪਤ ਕੀਤਾ ਸੀ, ਭਾਵੇਂ ਮੈਂ ਮਰ ਜਾਵਾਂ ਤੇ ਭਾਵੇਂ ਗੁਰੂ ਨੂੰ ਮਾਰੇ ਆਵਾਂ, ਮੈਨੂੰ ਨਾਮ ਪਹਿਲਾਂ ਦਿੱਤਾ ਜਾਵੇ। ਜੋ ਵੀ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਜਾਂਦਾ ਹੈ, ਕਿਉਂਕਿ ਜਿਉਂਦਾ ਵਾਪਸ ਨਹੀਂ ਆਉਂਦਾ, ਪਿੱਛੋਂ ਹੋ ਕੇ ਮਹਾਰਾਜ ਦੇ ਤਲਵਾਰ ਮਾਰਨ ਲੱਗਾ। ਮਹਾਰਾਜ ਬੜੀ ਬਹਾਦਰ ਸਨ, ਆਪਣੇ ਹੱਥ ਵਾਲਾ ਗੜਵਾ ਮਾਰਿਆ, ਇੱਕੋ ਗੜਵੇ ਦੇ ਨਾਲ ਮਰ ਗਿਆ। ਮਹਾਰਾਜ ਜੀ ਕਹਿੰਦੇ ਅੱਗੋਂ ਦੀ ਹੋ ਕੇ ਆਉਂਦਾ, ਸੂਰਮਾ ਬਣਦਾ, ਬਹਾਦਰ ਬਣਦਾ, ਮੁਕਤ ਕਰ ਦਿੰਦੇ। ਪਿੱਛੋਂ ਦੀ ਹੋ ਕੇ ਵਾਰ ਕੀਤਾ, ਕਿਰਤ ਘਣ ਸੀ, ਇਸ ਕਰਕੇ ਤਾਂ ਛਿੱਤਰਾਂ ਵਾਲਾ ਸੀ, ਜੁੱਤੀਆਂ ਵਾਲਾ ਸੀ। ਸਿੰਘਾਂ ਨੇ ਟੋਆ ਪੁੱਟ ਕੇ ਨੱਪ ਦਿੱਤਾ। ਅੱਜ ਤੱਕ ਉਹਦੀ ਕਬਰ ਦੇ ਉੱਤੇ ਸਿੱਖ ਸੰਗਤਾਂ ਆਉਂਦੀਆਂ ਨੇ ਤੇ 5-5 ਜੋੜਿਆਂ ਦੀ ਸੇਵਾ ਕਰਦੀਆਂ, ਮਾਰਦੀਆਂ। ਇੱਥੇ ਇੱਕ ਅਨੁਭਵ ਹੈ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਮਨ 'ਚ ਰੱਖਣਾ ਚਾਹੀਦਾ ਹਮੇਸ਼। ਉਹ ਇਹ ਕਿ ਭਾਈ ਮਹਾਂ ਸਿੰਘ ਆਖ ਆਏ ਲਿਖ ਕੇ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਪਰ ਗੁਰੂ ਮਹਾਰਾਜ ਜਾਣਦੇ ਸਨ ਕਿ ਜਿੰਨਾ ਪ੍ਰੇਮ ਇਹਨਾਂ ਨੂੰ ਕੀਤਾ ਹੈ, ਇਹ ਪਰਿੰਦੇ ਦੇਖਦੇ ਹਾਂ ਭਲਾ ਇਹਨਾਂ ਦੀ ਉਡਾਨ ਕਿੰਨੀ ਕੁ ਲੰਮੀ ਹੈ, ਦੇਖਦੇ ਹਾਂ ਭਲਾ ਕਦੇ ਪਰਤਣਗੇ ਕਿ ਨਹੀਂ ਪਰਤਣਗੇ। ਗੁਰੂ ਮਹਾਰਾਜ ਜਾਣ ਨੇ, ਉਹਨਾਂ ਨੂੰ ਪਤਾ ਸੀ ਕਿ ਸਾਡੀਆਂ ਪ੍ਰੇਮ ਦੀਆਂ ਗੰਢਾਂ ਨੇ ਜਿਹੜੀਆਂ ਉਹ ਟੁੱਟਣਗੀਆਂ ਨਹੀਂ। ਵਜ਼ੀਰ ਖਾਨ ਦੀ ਫੌਜ ਨੇ ਆਉਂਦਿਆਂ ਹੀ ਉਹਨਾਂ ਤੇ ਹਮਲਾ ਕਰ ਦਿੱਤਾ। ਦੋਹਾਂ ਪਾਸਿਆਂ ਤੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਨ ਲੱਗਿਆ। ਇਹ ਲੜਾਈ ਖਾਸੀ ਦੇਰ ਤੱਕ ਚੱਲਦੀ ਰਹੀ। ਸੈਂਕੜੇ ਸਿਪਾਹੀਆਂ ਨੂੰ ਮਾਰਨ ਤੋਂ ਬਾਅਦ 37 ਸਿੰਘ ਸ਼ਹੀਦ ਹੋ ਗਏ। ਬਾਕੀ ਦੇ 3 ਸਿੰਘ ਤੇ ਮਾਈ ਭਾਗੋ ਵੀ ਬੁਰੀ ਤਰ੍ਹਾਂ ਫੱਟੜ ਹੋ ਗਏ। ਇਹ 40 ਦੇ 40 ਮੌਤ ਤੋਂ ਖੌਫਜ਼ਦਾ ਹੋ ਕੇ ਬਚਣ ਲਈ ਆਏ ਸਨ। ਐਤਕਾਂ 40 ਦੇ 40 ਜਾਣਦੇ ਸਨ ਕਿ ਜਿਉਂਦੇ ਨਹੀਂ ਮੁੜਾਂਗੇ, ਐਤਕਾਂ ਮਰਨ ਲਈ ਗਏ ਸਨ। ਮੁਕਤਸਰ ਦੀ ਜੰਗ ਦੇ ਵਿੱਚ ਮਹਾਰਾਜ ਦੀ ਫਤਿਹ ਬੁਲਾਈ ਤੇ ਕਿਹਾ ਅਸੀਂ ਹਾਜ਼ਰਾ ਮਹਾਰਾਜ। ਯੁੱਧ ਹੋਇਆ ਘਮਸਾਣ ਦਾ, ਜਿਹਦੇ 'ਚ ਮਾਈ ਭਾਗੋ ਬਚੇ, ਜ਼ਖਮੀ ਹੋਏ ਸਨ। ਭਾਈ ਮਹਾਂ ਸਿੰਘ ਅੰਤਮ ਸਾਹਾਂ ਤੇ ਸਨ, ਡਿੱਗੇ ਪਏ ਸਨ ਜ਼ਮੀਨ ਤੇ, ਡੂੰਘੇ ਜ਼ਖਮ ਸਨ। ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦ ਸਿੰਘਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਿਤਾਬ ਦਿੱਤੇ। ਕਿਸੇ ਨੂੰ 5 ਹਜ਼ਾਰੀ, 10 ਹਜ਼ਾਰੀ, 20 ਹਜ਼ਾਰੀ, 35 ਹਜ਼ਾਰੀ ਤੇ ਮੁਕਤੇ ਕਹਿ ਕੇ ਸਨਮਾਨਿਆ। ਅੱਜ ਇਹ ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਸਾਰੀ ਦੁਨੀਆ ਦੇ ਵਿੱਚ ਪਹਿਚਾਣੀ ਜਾਂਦੀ। ਤੇ ਇੱਕ ਪੈਦਲ ਜਿਹੜਾ ਸਿਪਾਹੀ ਹੈ, ਉਹਦੇ ਮੋਢਿਆਂ ਤੇ 2 ਤਰਕਸ਼ ਤੇ 2 ਤਰਕਸ਼, 1 ਲੱਕ ਦੇ ਇੱਧਰਲੇ ਪਾਸੇ, 1 ਲੱਕ ਦੇ ਇੱਧਰਲੇ ਪਾਸੇ। ਚਾਰਾਂ ਦੇ ਵਿੱਚ ਹੀ 40-40 ਮਿੰਟ ਤੇ 160 ਤੀਰ ਇੱਕ ਬੰਦੇ ਕੋਲ ਐਟ ਏ ਟਾਈਮ ਹੋ ਜਾਂਦੇ ਆ ਜੀ। ਤੇ ਜੇ ਘੋੜੇ ਦੇ ਉੱਤੇ ਤਾਂ ਹੋਰ ਵੀ ਜ਼ਿਆਦਾ ਹੋ ਜਾਂਦੇ। ਗੁਰੂ ਮਹਾਰਾਜ ਨਾਲ ਕਾਫੀ ਸਿੰਘ ਜੁੜ ਗਏ ਸੀ। ਐਮੂਨੀਸ਼ਨ ਦੀ ਜੀ ਤੀਰਾਂ ਦੀ ਕੋਈ ਘਾਟ ਨਹੀਂ ਸੀ। ਉੱਥੇ ਜਾ ਕੇ ਫਿਰ ਇਹਨਾਂ ਟਿੱਬਿਆਂ 'ਚ ਆਪਣੀਆਂ ਪੋਜੀਸ਼ਨਾਂ ਲਈਆਂ ਜੀ। ਦਰਖਤਾਂ ਦੇ ਉੱਤੇ ਵੀ ਪੋਜੀਸ਼ਨ ਲੈਂਦੇ ਸੀ। ਦਸਾਂਗਾ ਦਰਖਤ ਜਿਹੜਾ ਹੁੰਦਾ ਗਲੇਲ ਵਰਗਾ, ਉਹਦੇ ਪਿੱਛੇ ਪੋਜੀਸ਼ਨ ਹੁੰਦੀ ਹੈ, ਜੇ ਚਲਾਉਣ ਵਾਲੇ ਨੂੰ ਕੁਛ ਨਹੀਂ ਹੁੰਦਾ ਸਾਹਮਣੇ। ਇਸ ਤਰ੍ਹਾਂ ਉੱਥੇ ਜੋ ਜੰਗ ਹੋਇਆ, ਇਸ ਮਗਰੋਂ ਗੁਰੂ ਸਾਹਿਬ ਨੇ ਸਹਿਕ ਰਹੇ 3 ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ, ਆਪਣੇ ਮੂੰਹੋਂ ਮੰਗ ਲਓ। ਇਸ ਤੇ ਭਾਈ ਮਹਾਂ ਸਿੰਘ ਨੇ ਕਿਹਾ ਕਿ ਜੇ ਟੁੱਟੇ ਹੋ ਤਾਂ ਜਿਹੜਾ ਬਦਾਵਾ ਮੈਂ ਤੇ ਹੋਰ ਸਿੰਘਾਂ ਨੇ ਲਿਖਿਆ ਉਹ ਪਾੜ ਦਿਓ ਤੇ ਟੁੱਟੀ ਗੰਢੋ। ਗੁਰੂ ਸਾਹਿਬ ਨੇ ਧੰਨ ਸਿੱਖੀ ਕਹਿ ਕੇ ਬਦਾਵੇ ਵਾਲਾ ਕਾਗਜ਼ ਕੱਢਿਆ ਤੇ ਪਾੜ ਦਿੱਤਾ। ਭਾਈ ਮਹਾਂ ਸਿੰਘ ਦੀਆਂ ਅੱਖਾਂ 'ਚ ਖੁਸ਼ੀ ਦੇ ਗਲੇਡੂ ਆ ਗਏ ਤੇ ਉਹ ਸੱਚਖੰਡ ਜਾ ਬਿਰਾਜੇ। ਪੁਰਾਣੇ ਵੇਲਿਆਂ ਦੇ ਵਿੱਚ 21 ਵਿਸਾਖ ਨੂੰ ਪਾਣੀ ਦੀ ਬੜੀ ਕਿੱਲਤ, ਕਿਉਂਕਿ ਗਰਮੀ ਦਾ ਮੌਸਮ ਹੁੰਦਾ ਸੀ, ਇਸ ਕਰਕੇ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਦਾਨੇ ਸਿੱਖ ਸਨ, ਉਹਨਾਂ ਨੇ 21 ਵਿਸਾਖ ਦੀ ਜਗ੍ਹਾ ਦੇ ਉੱਤੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਵਾਸਤੇ 1 ਮਾਘ ਦਾ ਦਿਨ ਚੁਣਿਆ। 1 ਮਾਘ ਨੂੰ ਵੀ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਜੋੜ ਮੇਲੇ ਮਾਘੀ ਬੜੀ ਸ਼ਰਧਾ ਉਤਸ਼ਾਹ ਸਹਿਤ ਇਸ ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾਏ ਜਾਂਦੇ ਨੇ।
ਹੁਣ ਪਾਣੀ ਦੀ ਕਿੱਲਤ ਨਹੀਂ ਰਹੀ ਹੈ ਤਾਂ 21 ਵਿਸਾਖ ਵਾਲੇ ਦਿਨ ਵੀ ਸ਼ਹੀਦੀ ਜੋੜ ਮੇਲਾ ਜਿਹੜਾ ਇਸ ਅਸਥਾਨ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਦਸਮ ਪਾਤਸ਼ਾਹ ਇੱਕ ਇੱਕ ਸਿੱਖ ਦੇ ਨਜ਼ਦੀਕ ਜਾਂਦੇ, ਸ਼ਹੀਦ ਸਿੱਖ ਦੇ ਨਜ਼ਦੀਕ ਮੱਥੇ ਤੇ ਹੱਥ ਰੱਖਦੇ, ਚਿਹਰੇ ਨੂੰ ਪਿਆਰ ਦਿੰਦੇ ਤੇ ਆਖਦੇ, ਇਹ ਮੇਰਾ 10 ਹਜ਼ਾਰੀ, ਜਿਹੜਾ 10 ਕਰਮਾਂ ਦੁਸ਼ਮਣ ਦੇ ਵਿੱਚ ਅੰਦਰ ਲੰਘ ਕੇ ਲੜਦਾ ਲੜਦਾ ਸ਼ਹੀਦ ਹੋਇਆ, ਮੇਰਾ 10 ਹਜ਼ਾਰੀ, ਇਹ ਮੇਰਾ 25 ਹਜ਼ਾਰੀ, ਇਹ ਮੇਰਾ 50 ਹਜ਼ਾਰੀ। ਐਸ ਯੋਧੇ ਨੂੰ ਮੈਂ ਦੱਖਣ ਦੀ ਹਕੂਮਤ ਬਖਸ਼ੀ, ਇਹ ਯੋਧਾ ਈਰਾਨ ਤੇ ਰਾਜ ਕਰੇਗਾ। ਇਉਂ ਖਿਤਾਬ ਵੰਡਦੇ ਹੋਏ, ਅਸੀਸਾਂ ਦਿੰਦੇ ਮਹਾਰਾਜ ਇੱਕ ਇੱਕ ਸ਼ਹੀਦ ਦੇ ਦਰਸ਼ਨ ਕਰ ਰਹੇ ਸਨ। ਜਦੋਂ ਭਾਈ ਮਹਾਂ ਸਿੰਘ ਜੀ ਨਜ਼ਦੀਕ ਗਏ ਤਾਂ ਅਜੇ ਸਾਹ ਚੱਲ ਰਹੇ ਸਨ, ਅੱਖਾਂ ਉਘਾੜੀਆਂ, ਸੀਸ ਮਹਾਰਾਜ ਨੇ ਆਪਣੀ ਗੋਦ 'ਚ ਲੈ ਲਿਆ। ਕਹਿਣ ਲੱਗੇ, ਮਹਾਰਾਜ ਨੇ ਫਰਮਾਇਆ, ਭਾਈ ਮਹਾਂ ਸਿੰਘ, ਬਹੁਤ ਵੱਡੀ ਨੇਕੀ ਤੁਹਾਡੀ, ਬਹੁਤ ਵੱਡੀ ਕਰਨੀ ਹੈ, ਮੰਗੋ ਕੁਛ ਮੰਗਣਾ ਹੈ। ਇਸ ਧਰਤੀ ਉੱਪਰਲੀ ਕੋਈ ਵਸਤੂ ਜਾਂ ਇਸ ਧਰਤੀ ਤੋਂ ਪਾਰ ਦੀ ਜੋ ਵਸਤੂ ਮੰਗੋਗੇ ਸੋ ਦਿਆਂਗੇ, ਤੁਹਾਡੇ ਉੱਪਰ ਬਹੁਤ ਪ੍ਰਸੰਨ ਹਾਂ। ਨਮਕ ਖਾਣ ਨਾਲ ਭਾਈ ਮਹਾਂ ਸਿੰਘ ਜੀ ਨੇ ਸਿਰਫ ਇਹ ਵਾਕ ਕਿਹਾ, ਮਹਾਰਾਜ ਜੇ ਮਿਹਰਬਾਨ ਹੋਏ ਹੋ ਤਾਂ ਟੁੱਟੀ ਗੰਢੋ। ਕਲਗੀਆਂ ਵਾਲੇ ਸਤਿਗੁਰੂ ਨੇ ਉਹ ਬਿਦਾਵਾ ਮਾਂ ਸਿੰਘ ਦੇ ਸਾਹਮਣੇ ਕੱਢ ਕੇ ਕਬੂਲ ਆਖੇ, ਮਾਂ ਸਿੰਘ, ਇਸ ਕਾਗਜ਼ ਦੇ ਉੱਪਰ ਇੱਕ ਪਾਸੇ ਸਿੱਖਾਂ ਨੇ ਬਿਦਾਵਾ ਲਿਖਿਆ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਪਰ ਦੂਸਰਾ ਪਾਸਾ ਬਿਲਕੁਲ ਸਾਫ਼ ਹੈ, ਗੁਰੂ ਜਿਹੜਾ ਉਹ ਨਿਰਵੈਰ ਹੈ, ਗੁਰੂ ਦੇ ਅੰਦਰ ਕਿਸੇ ਲਈ ਵੈਰ ਨਹੀਂ। ਮਹਾਰਾਜ ਨੇ ਉਸ ਬਿਦਾਵੇ ਨੂੰ ਪਾਲਿਆ ਔਰ ਪੱਚਰੇ ਕਰਕੇ ਹਵਾ ਵਿੱਚ ਉਡਾਉਂਦਿਆਂ ਬਚਨ ਆਖੇ, ਟੁੱਟੀ ਸੋ ਨਖੁੱਟੀ, ਟੁੱਟੀ ਸੋ ਨਖੁੱਟੀ। ਤੇ ਸਤਿਗੁਰੂ ਨੇ ਉਹਨਾਂ ਟੁੱਟਿਆਂ ਨੂੰ ਸਦਾ ਵਾਸਤੇ ਗੰਢ ਲਿਆ। ਗੁਰੂ ਸਾਹਿਬ ਨੇ ਇਨ੍ਹਾਂ 40 ਸਿੰਘਾਂ ਵਾਸਤੇ ਆਸਾ ਦੀ ਵਾਰ ਦਾ ਪਾਠ ਕਰਕੇ ਭੋਗ ਪਾਇਆ। ਗੁਰੂ ਸਾਹਿਬ ਨੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਆਪਣੇ ਹੱਥੀਂ ਚਿਖਾਂ ਨੂੰ ਅੱਗ ਲਾਈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਇਹਨਾਂ ਨੇ ਧਰਮ ਹੇਤ ਸੀਸ ਦਿੱਤੇ ਨੇ, ਇਸ ਕਰਕੇ ਇਹਨਾਂ ਨੂੰ 40 ਮੁਕਤੇ ਆਖ ਕੇ ਯਾਦ ਕੀਤਾ ਜਾਵੇਗਾ। ਇਦੋਂ ਵੱਡਾ ਗੁਨਾਹ ਤਾਂ ਕੋਈ ਹੋ ਨਹੀਂ ਸਕਦਾ ਜਿਹੜਾ ਭਾਈ ਮਹਾਂ ਸਿੰਘ ਨੇ ਕੀਤਾ ਸੀ। ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਯਾਨੀ ਸਾਨੂੰ ਇਹ ਸਾਖੀ ਦੱਸਦੀ ਹੈ ਕਿ ਕਿੱਡਾ ਵੱਡਾ ਵੀ ਅਸੀਂ ਗੁਨਾਹ ਕਰ ਲਈਏ, ਸਾਡੇ ਗੁਰੂ ਦੀ ਬਖਸ਼ਿਸ਼ ਉਹਦੇ ਤੋਂ ਕਿਤੇ ਵੱਡੀ ਹੁੰਦੀ ਹੈ। ਭਾਈ ਮਹਾਂ ਸਿੰਘ ਨਾ ਕੇਵਲ ਬਖਸ਼ੇ ਗਏ, ਭਾਈ ਮਹਾਂ ਸਿੰਘ ਜਿਹੜੇ ਬੇਦਾਵਾ ਲਿਖ ਕੇ ਆਏ ਸੀ, ਉਹ ਭਾਈ ਮਹਾਂ ਸਿੰਘ ਕੇਵਲ ਬਖਸ਼ੇ ਨਹੀਂ ਗਏ, ਉਹਨਾਂ ਦਾ ਤੇ ਉਹਨਾਂ ਦੇ 40 ਮੁਕਤੇ ਸਾਥੀਆਂ ਦਾ ਜ਼ਿਕਰ ਸਾਡੀ ਅਰਦਾਸ ਸ਼ਾਮਲ ਹੋ ਗਿਆ। ਟੁੱਟੀਆਂ ਗੰਢਣ ਤੋਂ ਬਾਅਦ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਇਹਨਾਂ ਸਾਰਿਆਂ ਨੂੰ ਆਪਾਂ ਹਰ ਸਵੇਰ ਸ਼ਾਮ ਯਾਦ ਕਰਦੇ ਹਾਂ, ਸਾਰਾ ਸੰਸਾਰ ਯਾਦ ਕਰਦਾ। ਭਾਈ ਮਹਾਂ ਸਿੰਘ ਦੀ ਸਾਖੀ ਸਾਨੂੰ ਧਰਵਾਸ ਦਿੰਦੀ ਹੈ ਕਿ ਉਦਾਸ ਹੋਣ ਦੀ ਲੋੜ ਨਹੀਂ। ਭਾਈ ਮਹਾਂ ਸਿੰਘ ਵਾਂਗੂ ਮਹਾਰਾਜ ਦੀ ਤਾਬਿਆ 'ਚ ਹੋ ਕੇ ਟੁੱਟੀ ਗੰਢਵਾਓ। ਸੱਚੇ ਪਾਤਸ਼ਾਹ ਟੁੱਟੀਆਂ ਗੰਢਣ ਲਈ ਤਿਆਰ ਬੈਠੇ ਨੇ। ਵਾਹਿਗੁਰੂ 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 ਵਾਹਿਗੁਰੂ। ਮਹਾਂ ਸਿੰਘ ਨੇ ਮਾਰ ਕੇ ਤੇਗ ਆਪਣੀ, ਜੰਗ ਵਿੱਚ ਕੜਮਾਸ ਮਚਾ ਦਿੱਤੀ। ਦਇਆ ਧਰਮ ਵੱਲੋਂ ਪੁੱਲੇ ਜ਼ਾਲਮਾਂ ਨੂੰ ਨਾਨੀ ਵਿਸਰੀ ਯਾਦ ਕਰਾ ਦਿੱਤੀ। ਤੇਗਾ ਮਾਰਦਾ ਮਾਰਦਾ ਉਹ ਯੋਧਾ ਆਖਿਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ। ਆਖੇ ਵੇਖ ਨਾ ਮੇਰੇ ਗੁਨਾਹ ਵੱਲੇ, ਜਾਂਦੀ ਵਾਰ ਦਾਤਾ ਦੇ ਦੀਦਾਰ ਆ ਕੇ। ਦਾਤਾ ਦਿਲਾਂ ਦੀ ਦਿਲੀ ਵਿੱਚ ਵਸਦਾ ਸੀ, ਆਇਆ ਸਾਹਮਣੇ ਬੁੱਲ ਮੁਸਕਾਉਂਦਾ ਉਹ। ਛਾਤੀ ਨਾਲ ਲਗਾ ਕੇ ਮਹਾਂ ਸਿੰਘ ਨੂੰ ਦੇ ਪਿਆਰ ਸੀ ਪਿਆ ਬੁਲਾਉਂਦਾ ਉਹ। ਐਲੇ ਵੇਖ ਬੇਦਾਵਾ ਮੈਂ ਪਾੜਿਆ ਹੈ, ਚਾਲੀ ਪਾਟੇ ਦਿਲਾਂ ਨੂੰ ਜੋੜਨੇ ਲਈ। ਬੱਚਾ ਤਸੀਂ ਤਾਂ ਮੁੜੇ ਨਾ ਮੂਲ ਮੋੜੇ, ਐ ਪਰ ਮੈਂ ਕਾਲਾ ਰਿਹਾ ਮੋੜਨੇ ਲਈ। ਵਾਹਿਗੁਰੂ